ਹੈਲੋ ਦੋਸਤੋ, ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਇਸ ਪੈ ਰਹੀ ਬਹੁਤ ਜ਼ਿਆਦਾ ਗਰਮੀ ਤੋਂ ਬਚੇ ਹੋਏ ਹੋਵੋਗੇ ਅਤੇ ਆਪਣਾ ਆਪਣੇ ਪੇਰੈਂਟਸ ਦਾ ਧਿਆਨ ਰੱਖ ਰਹੇ ਹੋਵੋਗੇ। ਦੋਸਤੋ, ਜਿਹੜਾ ਅੱਜ ਦਾ ਆਪਣਾ ਵੀਡੀਓ ਦਾ ਵਿਸ਼ਾ ਹੈ ਉਹ ਹੈਗਾ ਸਟੱਡੀ ਇਨ US ਨੂੰ ਲੈ ਕੇ। ਸਭ ਤੋਂ ਪਹਿਲਾਂ ਤਾਂ ਬੜੇ ਜਿਹੜੇ ਸਾਡੇ ਦਰਸ਼ਕ ਨੇ, ਬੜੇ ਜਿਹੜੇ ਸਾਡੇ ਵਿਊਅਰਸ ਨੇ, ਉਹਨਾਂ ਦਾ ਇੱਕ ਕੁਐਸਚਨ ਆਉਂਦਾ ਕਿ ਹਾਂਜੀ, ਅਸੀਂ ਜਦੋਂ ਵੀ ਕਿਸੇ ਵੀ ਕੰਟਰੀ ਬਾਰੇ ਗੱਲਬਾਤ ਕਰਦੇ ਹਾਂ ਤਾਂ ਅਸੀਂ ਨੀਚੇ ਡਿਸਕ੍ਰਿਪਸ਼ਨਸ ਦੇ ਵਿੱਚ ਡੀਟੇਲਸ ਪ੍ਰੋਪਰ ਦਿਆ ਕਰੀਏ। ਅਸੀਂ ਇਹ ਚੀਜ਼ ਹੁਣ ਇੱਕ ਨਾਲ ਕਾਲਮ ਅਸੀਂ ਅਟੈਚ ਕਰਿਆ ਕਰਾਂਗੇ ਸਾਡੀ ਵੈਬਸਾਈਟ ਦਾ। ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਕਲਿੱਕ ਕਰਕੇ ਉਸੇ ਕੰਟਰੀ ਬਾਰੇ ਪਰਟੀਕੂਲਰਲੀ ਇਨਫੋਰਮੇਸ਼ਨ, ਜਿਹੜੀ ਅਪਡੇਟਡ ਇਨਫੋਰਮੇਸ਼ਨ ਆ, ਉਹਨੂੰ ਤੁਸੀਂ ਲੈ ਸਕਦੇ ਹੋ। ਦੋਸਤੋ, ਗੱਲ ਕਰ ਰਹੇ ਹਾਂ ਆਪਾਂ US ਦੀ। US ਦੇ ਵਿੱਚ ਇਸ ਵੇਲੇ ਦੁਬਾਰਾ ਤੋਂ ਫਿਰ ਮਾਰਕੀਟ ਦੇ ਵਿੱਚ ਇਹਨੇ ਇੱਕਦਮ ਹੜਕੰਪ ਮਚਾ ਰੱਖਿਆ ਅਤੇ ਬਹੁਤ ਸਾਰੇ ਏਜੰਟਸ, ਬਹੁਤ ਸਾਰੇ ਕੰਸਲਟੈਂਟਸ ਇਹਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਆ। ਲੋਕ ਦੇਖ ਰਹੇ ਆ ਕਿ ਹਾਂਜੀ ਵੀ ਇਹ ਕਿੱਦਾਂ US ਦੁਬਾਰਾ ਤੋਂ ਮਾਰਕੀਟ ਦੇ ਵਿੱਚ ਆਇਆ, US ਦੇ ਵਿੱਚ ਕੀ ਇਹਦੇ ਸਕਸੈਸ ਪੁਆਇੰਟਸ ਹੈਗੇ ਆ, ਹਾਲੇ ਤੱਕ ਕਿੰਨੇ ਕੁ ਬੱਚਿਆਂ ਦੇ ਵੀਜ਼ਾਜ਼ ਆ ਗਏ, ਕਿਸ ਤਰ੍ਹਾਂ ਦੇ ਨਾਲ ਐਡਮਿਸ਼ਨ ਪ੍ਰੋਸੈਸ ਸਟਾਰਟ ਹੁੰਦਾ, ਕਿਸ ਢੰਗ ਦੇ ਨਾਲ ਅੱਗੇ ਬੱਚਾ ਪਹੁੰਚ ਜਾਂਦਾ ਅਤੇ ਕਿੱਦਾਂ ਸਟੈਪ A ਤੋਂ ਲੈ ਕੇ ਸਟੈਪ Z ਤੱਕ। ਤਾਂ ਆਪਾਂ ਹਰੇਕ ਚੀਜ਼ ਨੂੰ ਡਿਸਕਸ ਕਰਾਂਗੇ ਦੋਸਤੋ। ਅਗਰ ਤੁਸੀਂ US ਦੇ ਵਿੱਚ ਜਾਣ ਦੀ ਇੱਛਾ ਰੱਖਦੇ ਹੋ, ਸਭ ਤੋਂ ਪਹਿਲਾਂ ਤਾਂ ਅਗਰ ਤੁਸੀਂ ਰੀਸੈਂਟ +2 ਪਾਸ ਆਊਟ ਹੋ, ਤੁਸੀਂ ICSE CBSE ਬੋਰਡ ਦੇ ਵਿੱਚੋਂ ਪਾਸ ਹੋਏ ਹੋ, ਤੁਹਾਡੇ ਬਹੁਤ ਚੰਗੇ ਮਾਰਕਸ ਨੇ। ਮੰਨ ਲਓ ਫੋਰ ਐਗਜ਼ਾਮਪਲ, ਅਗਰ ਤੁਸੀਂ ਨੇ ਨੋਨ ਮੈਡੀਕਲ ਕਾਮਰਸ ਜਾਂ ਈਵਨ ਆਰਟਸ ਵੀ ਕੀਤੀ ਹੋਈ ਹੈ, ਤੁਹਾਡੇ ਇੰਗਲਿਸ਼ ਦੇ ਵਿੱਚੋਂ 80%, ਅਗਰ 80% ਤੱਕ ਆਉਂਦੇ ਆ ਤਾਂ ਬਹੁਤ ਜ਼ਿਆਦਾ ਵਧੀਆ ਦੋਸਤੋ। ਤੁਹਾਡੀ ਸਕਸੈਸ ਰੇਸ਼ੋ ਓਨੀ ਹੀ ਜ਼ਿਆਦਾ ਹਾਈ ਚਲੀ ਜਾਂਦੀ ਹੈ। ਅਗਰ ਤੁਸੀਂ ਗ੍ਰੈਜੂਏਟ ਹੋ, ਤੁਹਾਡੀ ਇੰਗਲਿਸ਼ ਬਹੁਤ ਅੱਛੀ ਹੈ, ਤੁਹਾਡੇ ਇੰਗਲਿਸ਼ ਸਬਜੈਕਟ ਦੇ ਵਿੱਚੋਂ ਪਰਟੀਕੂਲਰਲੀ, ਜਿੱਦਾਂ ਕਿ ਅਗਰ ਮੈਂ ਨੋਰਮਲ BA ਦੀ ਗੱਲ ਕਰਾਂ ਤਾਂ ਉਹਦੇ ਵਿੱਚ ਇੱਕ ਇੰਗਲਿਸ਼ ਲਿਟਰੇਚਰ ਦਾ ਸਬਜੈਕਟ ਹੁੰਦਾ, ਤਾਂ ਤੁਹਾਡੀ ਓਵਰਆਲ ਇੰਗਲਿਸ਼ ਲੈਂਗੁਏਜ ਦੇ ਵਿੱਚੋਂ ਤੁਹਾਡੇ ਬਹੁਤ ਅੱਛੇ ਮਾਰਕਸ ਹੈਗੇ ਆ, ਤਾਂ ਤੁਹਾਨੂੰ ਕੋਈ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। US ਤੁਹਾਨੂੰ ਐਕਸੈਪਟ ਆਰਾਮ ਨਾਲ ਕਰ ਲਏਗਾ। ਹੁਣ ਸਭ ਤੋਂ ਪਹਿਲੀ ਚੀਜ਼ ਆ ਗਈ ਕਿ ਯੂਨੀਵਰਸਿਟੀਜ਼ ਦਾ ਐਕਸੈਪਟੈਂਸ ਕ੍ਰਾਈਟੀਰੀਆ ਕੀ ਹੈ। ਅਗਰ ਤੁਸੀਂ +2 ਪਾਸ ਆਊਟ ਹੋ, ਰੀਸੈਂਟ ਪਾਸ ਆਊਟ ਹੋ, ਤਾਂ ਸਾਡੇ ਵੱਲੋਂ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਯੂਨੀਵਰਸਿਟੀਜ਼ ਦੀਆਂ, ਜਿਹੜੀਆਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਆਫਰ ਲੈਟਰ ਅਵੇਲੇਬਿਲਿਟੀ ਅਰਾਊਂਡ 7 to 20 ਡੇਜ਼ ਦੇ ਵਿੱਚ ਹੈ। ਹਰੇਕ ਸਟੇਟ US ਦੇ ਵਿੱਚ ਦੋਸਤੋ 50 ਸਟੇਟਸ ਨੇ, ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਇਹਨਾਂ 50 ਸਟੇਟਸ ਨੂੰ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਆਪਾਂ ਕਹਿ ਦਿੰਦੇ ਹਾਂ। ਅਤੇ ਦੋਸਤੋ, ਜਿਹੜੀਆਂ ਬਹੁਤ ਜ਼ਿਆਦਾ ਜਿੱਥੇ ਲੋਕ ਆਕਿਊਪੈਂਸੀ ਹੈਗੀ ਆ, ਜਿੱਥੇ ਬਹੁਤ ਜ਼ਿਆਦਾ ਲੋਕ ਅਪਲਾਈ ਕਰਦੇ ਆ, ਉਹ ਵਾਲੀਆਂ ਸਟੇਟਸ ਦੇ ਵਿੱਚੋਂ ਆਫਰ ਲੈਟਰ ਅਵੇਲੇਬਿਲਿਟੀ ਸਮਟਾਈਮਸ ਥੋੜ੍ਹੀ ਜਿਹੀ ਲੋਅ ਹੋ ਜਾਂਦੀ ਆ। ਅਦਰਵਾਈਜ਼ ਅਗਰ ਤੁਸੀਂ ਓਵਰਆਲ ਆਪਾਂ ਗੱਲ ਕਰੀਏ ਕਿ ਜਿਹੜੀਆਂ ਬੇਸਿਕ ਯੂਨੀਵਰਸਿਟੀਜ਼ ਇੱਕ ਮੀਡੀਓਕਰ ਬੱਚਾ ਚੂਜ਼ ਕਰਦਾ ਤਾਂ ਉੱਥੋਂ ਐਡਮਿਸ਼ਨ ਬਹੁਤ ਜਲਦੀ ਹੋ ਜਾਂਦੀ ਆ। ਅਗਰ ਤੁਸੀਂ ਬੈਚਲਰ ਪ੍ਰੋਗਰਾਮਸ ਵਾਸਤੇ ਜਾਣਾ ਚਾਹੁੰਦੇ ਹੋ, ਮਾਸਟਰਸ ਦੇ ਲਈ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਪਰਟੀਕੂਲਰਲੀ ਡਾਕਟਰੇਟ ਜਾਂ ਕਿਸੇ ਸਪੈਸ਼ਲ ਪ੍ਰੋਗਰਾਮ ਦੇ ਲਈ ਜਾਣਾ ਚਾਹੁੰਦੇ ਹੋ, US ਤੁਹਾਡੇ ਲਈ ਦਰਵਾਜ਼ੇ ਖੋਲ੍ਹ ਦਿੰਦਾ। ਦੋਸਤੋ, ਇਹਦੇ ਵਿੱਚ ਅਗਰ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਪਹਿਲਾਂ ਕੈਨੇਡਾ ਦੀ ਫਾਈਲਿੰਗ ਕਰੀ ਸੀਗੀ ਅਤੇ ਤੁਹਾਡਾ ਕਿਤੇ ਨਾ ਕਿਤੇ ਰਿਫਿਊਜ਼ ਹੋ ਗਿਆ, ਇਹ ਚੀਜ਼ ਦੋਸਤੋ ਧਿਆਨ ਨਾਲ ਸੁਣਿਓ, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ, ਬਹੁਤ ਸਾਰੇ ਐਸਪੀਰੈਂਟਸ ਨੂੰ ਇਹ ਚੀਜ਼ ਲੱਗਦੀ ਆ ਕਿ ਹਾਂਜੀ, ਜਦੋਂ ਅਸੀਂ ਕੈਨੇਡਾ ਤੋਂ ਇੱਕ ਵਾਰੀ ਰਿਫਿਊਜ਼ ਹੋ ਜਾਂਦੇ ਹਾਂ ਤਾਂ ਅਸੀਂ US ਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਸਾਡਾ ਕੀ ਸਕਸੈਸ ਰੇਸ਼ੋ ਹੈਗਾ, ਕੀ ਨਹੀਂ ਹੈਗਾ। ਬਹੁਤ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਦੋਸਤੋ। ਅਗਰ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋਏ ਹੋ ਤਾਂ ਤੁਸੀਂ US ਦੇ ਵਿੱਚ ਅਪਲਾਈ ਕਰ ਸਕਦੇ ਹੋ, ਬਟ ਉਹਦੇ ਵਿੱਚ ਸਰਟਨ ਪੁਆਇੰਟਸ ਹੁੰਦੇ ਆ। ਜਦੋਂ ਆਪਾਂ ਫਾਰਮ ਫਿਲਿੰਗ ਕਰਦੇ ਹਾਂ, ਜਦੋਂ ਆਪਾਂ ਯੂਨੀਵਰਸਿਟੀ ਦੀ ਐਡਮਿਸ਼ਨ ਨੂੰ ਸਿਕਿਉਰ ਕਰ ਲੈਂਦੇ ਹਾਂ, ਤਾਂ ਆਪਾਂ ਨੂੰ ਕੁਝ ਨਾ ਕੁਝ ਚੀਜ਼ਾਂ ਮੈਂਸ਼ਨ ਕਰਨੀਆਂ ਪੈਂਦੀਆਂ ਨੇ। ਤਾਂ ਅਗਰ ਤੁਸੀਂ ਕਿਸੇ ਪ੍ਰੋਫੈਸ਼ਨਲ ਦੇ ਕੋਲ ਜਾਓਗੇ, ਉਹ ਤੁਹਾਨੂੰ ਦੱਸਣਗੇ, ਕਿਉਂਕਿ ਮੈਂਸ਼ਨ ਕਰਨਾ ਬੇਹੱਦ ਜ਼ਰੂਰੀ ਆ। ਕੈਨੇਡਾ ਅਤੇ USA ਦੋਨੋਂ ਬਾਰਡਰ ਸ਼ੇਅਰਿੰਗ ਕੰਟਰੀਜ਼ ਨੇ, ਇੱਕ ਦੂਜੇ ਦੇ ਨਾਲ ਬਾਰਡਰ ਸ਼ੇਅਰ ਕਰਦੀਆਂ ਨੇ ਅਤੇ ਬਹੁਤ ਲੰਬਾ ਬਾਰਡਰ ਸ਼ੇਅਰ ਕਰਦੀਆਂ ਨੇ ਦੋਸਤੋ। ਕੈਨੇਡਾ ਤੋਂ ਅਗਰ ਤੁਸੀਂ USA ਜਾਣ ਦੀ ਇੱਛਾ ਰੱਖਦੇ ਹੋ ਤਾਂ ਉਹ ਤਾਂ ਨੈਕਸਟ ਡੋਰ ਹੈ, US ਇੱਕ ਨੈਕਸਟ ਡੋਰ ਸਟੈਪ ਹੈ, ਤਾਂ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ, ਤੁਸੀਂ ਉੱਥੋਂ ਜਾ ਸਕਦੇ ਹੋ। ਪਰ ਅਗਰ ਤੁਸੀਂ ਡਾਇਰੈਕਟਲੀ ਇੰਡੀਆ ਤੋਂ US ਦੀ
ਫਾਈਲ ਅਪਲਾਈ ਕਰ ਰਹੇ ਹੋ, ਤੁਸੀਂ ਵੀਜ਼ਾ ਐਪਲੀਕੇਸ਼ਨ ਅਪਲਾਈ ਕੀਤੀ ਹੈ ਤੇ ਤੁਸੀਂ ਪਹਿਲਾਂ ਕੈਨੇਡਾ ਤੋਂ ਬੇਸ਼ੱਕ ਟੂਰਿਸਟ, ਬੇਸ਼ੱਕ ਸਟੱਡੀ, ਬੇਸ਼ੱਕ ਤੁਸੀਂ ਕਿਸੇ ਵੀ ਵੀਜ਼ਾ ਤੋਂ ਰਿਜੈਕਟ ਹੋਏ ਹੋ, ਤਾਂ ਇੱਕ ਵਾਰੀ ਸੋਚ ਲਿਓ, ਕਨਫਰਮ ਕਰ ਲਿਓ, ਕਿਉਂਕਿ ਬਹੁਤ ਸੀਰੀਅਸ ਇਸ਼ੂ ਹੋ ਜਾਂਦਾ ਅਗਰ ਤੁਸੀਂ ਕੋਈ ਇਨਫੋਰਮੇਸ਼ਨ ਹਾਈਡ ਕਰ ਲੈਂਦੇ ਹੋ ਤਾਂ USA ਈਵਨ ਤੁਹਾਨੂੰ ਬੈਨ ਵੀ ਕਰ ਸਕਦਾ। ਈਵਨ ਉਸ ਤੋਂ ਬਾਅਦ ਦੇ ਵਿੱਚ ਕੈਨੇਡਾ ਵੀ ਤੁਹਾਡੇ ਤੇ ਕੋਈ ਨਾ ਕੋਈ ਐਕਸ਼ਨ ਲੈ ਸਕਦਾ ਅਗਰ ਤੁਸੀਂ ਫਿਰ ਵਾਪਸ ਪੰਗਾ ਕੈਨੇਡਾ ਦਾ ਲੈ ਲੈਂਦੇ ਹੋ। ਇਹ ਬਹੁਤ ਗੰਭੀਰ ਚੀਜ਼ਾਂ ਹੁੰਦੀਆਂ ਨੇ, ਬਹੁਤ ਘੱਟ ਬੱਚਿਆਂ ਨੂੰ ਪਤਾ ਨੇ ਇਹਨਾਂ ਬਾਰੇ। ਦੋਸਤੋ, ਇੱਕ ਤਾਂ ਆਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ US ਬਾਰੇ, ਅਗਰ ਮੰਨ ਲਓ ਤੁਹਾਡੇ ਬੈਂਡ ਸਕੋਰ ਨੇ, ਤੁਹਾਡੇ 6.5 ਬੈਂਡ ਨੇ, 6 ਈਚ ਬੈਂਡ ਨੇ, ਤਾਂ ਦੋਸਤੋ ਤੁਸੀਂ ਆਰਾਮ ਨਾਲ USA ਦੀ ਇੱਕ ਐਡਮਿਸ਼ਨ ਸਿਕਿਉਰ ਕਰ ਸਕਦੇ ਹੋ ਯੂਨੀਵਰਸਿਟੀ ਲੈਵਲ ਦੀ। ਆਮ ਤੌਰ 'ਤੇ ਯੂਨੀਵਰਸਿਟੀਜ਼ ਦੀ ਇਹਦੇ ਵਿੱਚ US ਦੇ ਵਿੱਚ ਇੱਕ ਹੋਰ ਬਹੁਤ ਅੱਛੀ ਗੱਲ ਹੈ ਕਿ ਆਪਾਂ ਫੀਸ 3 ਮਹੀਨਿਆਂ ਦੀ ਭਰ ਕੇ ਵੀ ਚੱਲ ਸਕਦੇ ਹਾਂ। ਟਰਾਈਮੈਸਟਰ ਫੀਸਿਸ ਦਾ ਇੱਥੇ ਅਰੇਂਜਮੈਂਟ ਹੈਗਾ। ਅਗਰ ਤੁਸੀਂ ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਆਪਦੇ ਆਪ ਨੂੰ ਤੁਸੀਂ, ਪਰ ਤੁਹਾਨੂੰ ਇੱਕ ਚੀਜ਼ ਯਾਦ ਰੱਖੋ, ਆਪਾਂ ਨੂੰ ਫੰਡਸ ਵੀ ਅੱਛੇ ਦਿਖਾਉਣੇ ਪੈਂਦੇ ਆ। USA ਇੱਕ ਗਲੋਬਲ ਪਾਵਰ ਹੈ, ਇੱਕ ਗਲੋਬਲ ਸੁਪਰ ਪਾਵਰ ਹੈ ਈਵਨ, ਅਤੇ US ਦੇ ਵਿੱਚ ਜਿਹੜਾ ਰਹਿਣ ਦਾ ਖਰਚਾ ਉਹ ਤਕਰੀਬਨ ਹਰੇਕ ਕੰਟਰੀ ਨਾਲੋਂ ਹਾਈ ਹੈ। ਉੱਥੋਂ ਦਾ ਰੈਂਟ ਹੋ ਗਿਆ, ਉੱਥੇ ਖਾਣ ਪੀਣ ਦਾ ਹੋ ਗਿਆ, ਹਰੇਕ ਚੀਜ਼। ਤਾਂ ਦੋਸਤੋ, ਅਗਰ ਤੁਸੀਂ USA ਜਾਣ ਦੀ ਇੱਛਾ ਰੱਖਦੇ ਹੋ ਤਾਂ ਇੱਕ ਚੀਜ਼ ਧਿਆਨ ਦੇ ਵਿੱਚ ਰੱਖੋ ਕਿ ਤੁਹਾਡੀ ਜਿੰਨੇ ਸਮੇਂ ਦੀ ਸਟੱਡੀ ਹੈਗੀ ਹੈ, ਫਰਜ਼ ਕਰੋ ਅਗਰ ਤੁਸੀਂ 3 ਸਾਲ ਦੀ ਸਟੱਡੀ ਦੇ ਲਈ ਜਾ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਨੇ 6 ਮਹੀਨਿਆਂ ਦੀ ਫੀਸ ਭਰਤੀ। ਵੈਸੇ ਤਾਂ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ, ਦੇਖੋ ਅਗਰ ਆਪਾਂ 3 ਮਹੀਨਿਆਂ ਦੀ ਫੀਸ ਭਰ ਕੇ ਚੱਲਦੇ ਹਾਂ ਤਾਂ ਕਿਤੇ ਨਾ ਕਿਤੇ ਕੇਸ ਦੀ ਵੇਟੇਜ ਠੀਕ ਠਾਕ ਰਹਿ ਜਾਂਦੀ ਆ। ਬਟ ਅਗਰ ਤੁਸੀਂ 6 ਮੰਥਸ ਦੀ ਫੀਸ ਭਰ ਕੇ ਚੱਲਦੇ ਹੋ ਜਾਂ ਫਿਰ ਜੋ ਵੀ, ਅਗਰ ਤੁਸੀਂ ਆਫਟਰ ਵੀਜ਼ਾ ਵੀ ਪੇ ਕਰਨ ਦੀ ਆਪਸ਼ਨਸ ਲੈ ਕੇ ਚੱਲਦੇ ਹੋ ਤਾਂ ਟਰਾਈ ਕਰੋ ਕਿ ਤੁਸੀਂ 6 ਮੰਥਸ ਵਾਲੀ ਆਪਸ਼ਨਸ ਲੈ ਕੇ ਚੱਲੋ। ਅਤੇ ਜਿਹੜੇ ਫੰਡਸ ਨੇ, ਫੰਡਸ ਦਾ ਅਰੇਂਜਮੈਂਟ ਇੱਦਾਂ ਦਾ ਹੁੰਦਾ ਕਿ ਜਿਹੜਾ ਉੱਥੋਂ ਦਾ ਮੰਥਲੀ ਲਿਵਿੰਗ ਐਕਸਪੈਂਡੀਚਰ ਆ ਮਲਟੀਪਲਾਈਡ ਬਾਈ 12, ਅਤੇ ਜਿਹੜੀ ਤੁਹਾਡੀ ਪੈਂਡਿੰਗ ਫੀਸ ਆ 1 ਸਾਲ ਦੇ ਵਿੱਚੋਂ, ਉਹਨੂੰ ਆਪਾਂ ਅੰਦਾਜ਼ਨ ਤੁਹਾਡੇ 20 ਤੋਂ 22 ਲੱਖ ਦੇ 25 ਲੱਖ ਤੱਕ ਦੇ ਤੁਹਾਡੇ ਫੰਡਸ ਚੱਲ ਜਾਂਦੇ ਅਗਰ ਤੁਸੀਂ 3 ਮਹੀਨਿਆਂ ਦੀ ਫੀਸ ਭਰ ਕੇ ਚੱਲਦੇ ਹੋ। ਦੋਸਤੋ, ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ। ਫੰਡਸ ਤੁਹਾਡੇ ਸਹੀ ਹੋਣੇ ਚਾਹੀਦੇ ਆ। ਇੱਕ ਚੀਜ਼ ਹੋਰ, US ਹਮੇਸ਼ਾ ਇਹ ਚੀਜ਼ ਦੀ ਜਾਂਚ ਕਰਦਾ ਕਿ ਅਗਰ ਤੁਹਾਡਾ, ਕਿਉਂਕਿ ਤੁਸੀਂ ਐਡ ਦੇਖਦੇ ਹੋ ਸਾਡੀ 10 ਸਾਲ ਦੀ, 12 ਸਾਲ ਦੀ, 15 ਸਾਲ ਦੀ, ਅਗਰ ਤੁਹਾਡਾ ਗੈਪ ਹੈ ਤਾਂ ਤੁਸੀਂ US ਦੀ ਐਪਲੀਕੇਸ਼ਨ ਲਾ ਸਕਦੇ ਹੋ, ਵੀਜ਼ਾ ਫਾਈਲ ਅਪਲਾਈ ਕਰ ਸਕਦੇ ਹੋ। ਦੋਸਤੋ, ਇੱਕ ਚੀਜ਼ ਯਾਦ ਰੱਖੋ, ਅਗਰ ਤੁਹਾਡਾ ਬਹੁਤ ਜ਼ਿਆਦਾ ਗੈਪ ਹੈ ਅਤੇ ਤੁਸੀਂ ਉਹਨੂੰ ਅੱਛੇ ਢੰਗ ਦੇ ਨਾਲ ਨਹੀਂ ਦੱਸ ਸਕਦੇ, ਕਿਤੇ ਨਾ ਕਿਤੇ ਤੁਹਾਡਾ ਵੈਰੀਫਿਕੇਸ਼ਨ ਕੋਈ ਅਟਕੀ ਹੋਈ ਆ ਜਾਂ ਤੁਸੀਂ ਨੇ ਗੈਪ ਕਿਤੋਂ ਬਣਵਾਇਆ ਹੋਇਆ ਜਾਂ ਸੋ ਐਂਡ ਸੋ ਤੁਸੀਂ ਕੁਛ ਵੀ ਕਰਿਆ ਹੋਇਆ, ਤਾਂ ਤੁਹਾਨੂੰ ਉਹ ਚੀਜ਼ ਕਲੀਅਰ ਕਰਨੀ ਚਾਹੀਦੀ ਆ, ਬਣਦੀ ਆ। ਤੁਹਾਡੀ ਜਿਹੜੀ ਫਾਈਲਿੰਗ ਹੈ ਉਹ ਉਸ ਢੰਗ ਨਾਲ ਹੋਣੀ ਚਾਹੀਦੀ ਹੈ, ਕਿਉਂਕਿ US ਇਕਲੌਤਾ ਇਹੋ ਜਿਹਾ ਦੇਸ਼ ਹੈਗਾ, ਵੈਸੇ ਇਕਲੌਤਾ ਤਾਂ ਮੈਂ ਗਲਤ ਵਰਡ ਕਹਿ ਗਿਆ, ਇਕਲੌਤਾ ਤਾਂ ਨਹੀਂ, ਮਤਲਬ US ਦਾ ਵੀਜ਼ਾ ਲੈਣਾ ਇੰਡੀਅਨ ਪਾਸਪੋਰਟ ਦੇ ਉੱਤੇ ਫਿਰ ਵੀ ਇੱਕ ਚੈਲੰਜ ਹੁੰਦਾ। ਤਾਂ ਚੈਲੰਜ ਨੂੰ ਆਪਾਂ ਓਵਰਕਮ ਕਰ ਸਕਦੇ ਹਾਂ ਅਗਰ ਤੁਸੀਂ ਸਹੀ ਬੰਦਾ ਚੁਣੋ, ਸਹੀ ਕੋਰਸ ਚੁਣੋ, ਸਹੀ ਯੂਨੀਵਰਸਿਟੀ ਚੁਣੋ, ਸਹੀ ਸਟੇਟ ਚੁਣੋ। US is always a good option if you are looking to settle in a country which is right now world super power। ਤਾਂ ਦੋਸਤੋ, ਇਹ ਸਾਰੀਆਂ ਫੈਕਟਰਸ ਨੂੰ ਸੋਚ ਕੇ ਚੱਲੋ। ਅਗਰ ਤੁਹਾਨੂੰ US ਜਾਣ ਦੇ ਰਿਗਾਰਡਿੰਗ ਕੋਈ ਵੀ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਹੈ, ਤੁਸੀਂ ਇਹਦੇ ਬਾਰੇ ਸਮਝਣਾ ਚਾਹੁੰਦੇ ਹੋ, ਫਾਈਲ ਲਾਓ ਚਾਹੇ ਨਾ ਲਾਓ, ਤੁਹਾਡੀ ਆਪਣੀ ਇੱਛਾ। ਪਰ ਫਿਲਹਾਲ ਜਿਹੜੇ ਮੌਕੇ ਦੀਆਂ ਜਿਹੜੀਆਂ ਚੀਜ਼ਾਂ US ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਪੂਰੀ ਦੀ ਪੂਰੀ ਹੋਣੀ ਬੇਹੱਦ ਜ਼ਰੂਰੀ ਆ। ਬਾਕੀ ਦੋਸਤੋ, ਤੁਸੀਂ ਨੀਚੇ ਦਿੱਤੇ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ। US ਦੇ ਰਿਗਾਰਡਿੰਗ ਜਿਹੜੀ ਵੀ ਬਣਦੀ ਜਾਣਕਾਰੀ ਉਹ ਲੈ ਸਕਦੇ ਹੋ। ਤੁਸੀਂ ਮੈਨੂੰ ਆਪਣਾ ਕੀਮਤੀ ਸਮਾਂ ਦਿੱਤਾ ਇਸ ਵੀਡੀਓ ਦੇ ਵਿੱਚ, ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਸ਼ੇਅਰ ਕਰੋ ਅਤੇ ਲਾਈਕ ਕਰੋ। ਅਗਰ ਤੁਹਾਡੇ ਮਨ 'ਚ ਕੋਈ ਵੀ ਖਿਆਲ ਆਉਂਦਾ, ਕਿਸੇ ਵੀ ਪ੍ਰਕਾਰ ਦਾ ਕੋਈ ਵੀ ਤੁਸੀਂ ਨੇ ਆਪਣੀ ਫਾਈਲ ਦੇ ਰਿਗਾਰਡਿੰਗ ਕੁਐਸਚਨ ਪੁੱਛਣਾ ਤਾਂ ਤੁਸੀਂ ਨੀਚੇ ਕਮੈਂਟ ਬਾਕਸ 'ਚ ਪੁੱਛ ਸਕਦੇ ਹੋ। ਥੈਂਕ ਯੂ।